ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ कोई बात न पूछता, गुर सतगुर संग किरे हम थापे। हम रुलते फिरते कोई बात न पूछता, गुर सतगुर संग किरे हम थापे। धन धन गुरु नानक जन केरा, जित मिले चूके सब सोग संतापे। जित मिले चूके सब सोग संतापे। कहाँ बुद्ध प्रभ तुच्छ हमारी, बरन सके महिमा जो तिहारी। हम न सकत कर सिफत तुम्हारी, आप ले हो तुम कथा सुधारी। आप ले हो तुम कथा सुधारी। सन्मानयोग गुरु प्यारी साध संगत जी, सतगुरां ने किरपा करके ਅੰਮ੍ਰਿਤ ਵੇਲੇ ਦੀ ਦਾਤ ਤੇ ਸਾਧ ਸੰਗਤ ਕਰਨ ਦਾ ਸੋਹਣਾ ਸਮਾਂ ਸਾਨੂੰ ਬਖਸ਼ਿਆ ਹੈ, ਜੋ ਕਿ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਰੱਬੀ ਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। प्यार दे नाल आखो जी, वाहिगुरु जी का खालसा, वाहिगुरु जी की फतेह। अज दा पावन हुक्मनामा तीसरे पातशाह जी गुरु अमरदास जी महाराज उन्हां दी रसना तो गायन किया होया है, जो कि राग धनासरी दे विच 665 अंग दे उपर साहिब श्री गुरु ग्रंथ साहिब जी विच अंकित है, दर्ज है। गुरु साहिब जी इस शब्द दे अंदर सच्चे धन दी ते कच्चे धन दी गल कर रहे ने कि गुरमुख जिहड़े हुंदे ने वो सच्चे धन नूं इकट्ठा करते ने, कच्चे बंदे जिहड़े हुंदे ने मनमुख वो कच्चे धन नूं सैंचदे ने, इकट्ठा करते ने
ਜਿਹਦੇ ਕਰਕੇ ਉਹਨਾਂ ਨੂੰ ਦੁੱਖ ਮਿਲਦਾ, ਇਹ ਚੀਜ਼ ਨਾਲ ਨਹੀਂ ਨਿਭਦੀ, ਪ੍ਰਾਪਤ ਨਹੀਂ ਹੁੰਦੀ। ਮਨਾ ਮੂਰਖਾ ਕੋਈ ਨਹੀਂ ਪਤਾ ਤੈਨੂੰ ਕਦੋਂ ਬੁਰਜ ਸਰੀਰ ਦਾ ਢਹਿ ਜਾਵੇ। ਅਜ਼ਰਾਈਲ ਫਰਿਸ਼ਤਾ ਜਾਨ ਤੇਰੀ ਕਦੋਂ ਰਿੜਕ ਵਜੂਦ ਚੋਂ ਲੈ ਜਾਵੇ। ਉਹ ਮਾਇਆ ਰੱਖੀ ਤਿਜੋਰੀਆਂ ਭਰ ਭਰ ਕੇ, ਕੀ ਪਤਾ ਕਦ ਛੱਡਣੀ ਪੈ ਜਾਵੇ। ਜਿਉਂਦੇ ਜੀ ਕਰ ਰਬਾਬੀਆ ਦਾਨ ਹੱਥੀਂ ਤੇਰੇ ਦਿਲ ਦੀ ਨਾ ਦਿਲ ਵਿੱਚ ਰਹਿ ਜਾਵੇ। ਕੱਚਾ ਧਨ ਤੇ ਪੱਕਾ ਧਨ, ਦੋ ਤਰ੍ਹਾਂ ਦੇ ਪੈਸੇ ਦੀ ਮਹਾਰਾਜ ਨੇ ਗੱਲ ਕੀਤੀ ਹੈ। ਸੋ ਆਓ ਕਿਵੇਂ ਮਹਾਰਾਜ ਸਮਝਾ ਰਹੇ ਨੇ, ਵਿਸਥਾਰ ਦੇ ਨਾਲ ਆਪਾਂ ਵਿਚਾਰ ਕਰਦੇ ਹਾਂ। ਧਨਾਸਰੀ ਮਹੱਲਾ ਤੀਜਾ। ਧਨਾਸਰੀ ਰਾਗ ਦਾ ਨਾਮ, ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ ਦਾ ਇਹ ਸ਼ਬਦ ਹੈ। ਕਾਚਾ ਧਨ ਸੰਚਹਿ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਜਿਹੜਾ ਕੱਚਾ ਧਨ ਆ ਉਹਨੂੰ ਮੂਰਖ ਬੰਦੇ ਇਕੱਠਾ ਕਰਨ ਦਾ ਯਤਨ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਹ ਜੋ ਹੈ ਉਹਨਾਂ ਦੇ ਨਾਲ ਨਿਭਣ ਵਾਲਾ ਸਦਾ ਵਾਲਾ ਸੱਚਾ ਸਾਥੀ ਆ। ਮਨਮੁਖ ਭੂਲੇ ਅੰਧ ਗਵਾਰ, ਮਨਮੁਖ ਬੰਦੇ ਕੱਚੀਆਂ ਚੀਜ਼ਾਂ ਨੂੰ ਸੱਚੀਆਂ ਜਾਣਦੇ ਨੇ, ਕਾਰਨ ਉਹਦਾ ਕੀ ਆ, ਭੁੱਲੇ ਹੁੰਦੇ ਨੇ, ਹਨੇਰੇ 'ਚ ਹੁੰਦੇ ਨੇ, ਗਵਾਰ ਹੁੰਦੇ ਨੇ। ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹੋ ਜਿਹਾ ਪੈਸਾ ਇਕੱਠਾ ਕਰ ਲੈਣਾ, ਦੂਜਿਆਂ ਦੇ ਹੱਕ ਮਾਰ ਕੇ ਇਹੋ ਜਿਹਾ ਪੈਸਾ ਇਕੱਠਾ ਕਰ ਲੈਣਾ, ਗਲਤ ਤਰੀਕੇ ਨਾਲ ਛੇਤੀ ਅਮੀਰ ਹੋ ਜਾਵਾਂ ਤਾਂ ਉਹਦੇ ਨਾਲ ਦੁੱਖ ਦੀ ਹੀ ਪ੍ਰਾਪਤੀ ਹੁੰਦੀ ਆ। ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨ ਜਾਈ। ਬਿਨਾਂ ਪਾਪਾਂ ਤੋਂ ਬਹੁਤ ਛੇਤੀ ਅਮੀਰ ਨਹੀਂ ਬਣਿਆ ਜਾਂਦਾ, ਕਿਉਂਕਿ ਗਲਤ ਤਰੀਕੇ ਨਾਲ ਲੋਕ ਪੈਸਾ ਇਕੱਠਾ ਕਰਦੇ ਨੇ, ਠੱਗੀ ਕਰਕੇ, ਧੋਖਾ ਕਰਕੇ। ਉਹੀ ਧਨ ਇਹਨਾਂ ਨੂੰ ਦੁਖੀ ਕਰਦਾ। ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇੱਥੇ ਪਿਆ ਰਹਿ ਜਾਂਦਾ, ਭਾਵ ਕਿ ਤਿਜੋਰੀਆਂ ਭਰੀਆਂ ਹੋਈਆਂ ਮਾਇਆ ਦੀਆਂ। ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲੱਖ ਕਰੋੜ। ਬੰਦਾ ਕੌਡੀ ਕੌਡੀ ਜੋੜ ਜੋੜ ਕੇ, ਹਰ ਬੰਦੇ ਦਾ ਇਹ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਪੈਸਾ ਇੱਕ ਗੁਜਰਾਨ, ਉਹਦੀ ਲੋੜ ਪੈਂਦੀ ਹੈ। ਕੌਡੀ ਕੌਡੀ ਜੋੜ ਕੇ ਬੰਦਾ ਬਹੁਤ ਪੈਸੇ ਜੋੜਦਾ, ਪਰ ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਪਰ ਆਖਰੀ ਸਮੇਂ ਦੇ ਵਿੱਚ ਕੀ ਹੁੰਦਾ, ਇਹ ਚੀਜ਼ ਇੱਕ ਸੈਕਿੰਡ 'ਚ ਪਰਾਈ ਹੋ ਜਾਂਦੀ ਹੈ, ਜਿਹੜੀ ਕੌਡੀ ਕੌਡੀ ਕਰਕੇ ਜੋੜੀ ਹੁੰਦੀ ਆ। ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਮਾਇਆ ਗੁਜਰਾਨ, ਉਹਨੂੰ ਆਪਦੇ ਫਿਊਚਰ ਭਵਿੱਖ ਵਾਸਤੇ ਜੋੜਨਾ ਗਲਤ ਨਹੀਂ, ਪਰ ਮਾਇਆ ਨੂੰ ਕਹਿ ਦੇਣਾ ਵੀ ਇਹ ਸੱਚੀ ਦੌਲਤ ਆ, ਰੱਬ ਨੂੰ ਭੁਲਾ ਦੇਣਾ, ਇਹ ਬੜੀ ਮਾੜੀ ਗੱਲ ਆ। ਆਪਦੇ ਭਵਿੱਖ ਵਾਸਤੇ ਆਉਣ ਵਾਲੇ ਸਮੇਂ 'ਚ ਮੈਂ ਬਿਮਾਰ ਹੋ ਜਾਵਾਂਗਾ, ਜੇ ਲੋੜ ਪਈ ਤਾਂ ਪੈਸੇ ਨੂੰ ਕੱਢ ਕੇ ਵਰਤਾਂਗਾ, ਇਹ ਚੀਜ਼ਾਂ ਬਿਲਕੁਲ ਮਾੜੀਆਂ ਨਹੀਂ, ਪਰ ਇਹਨੂੰ ਕਹਿ ਦੇਣਾ ਵੀ ਇਹ ਰੱਬ ਹੀ ਹੈ ਮਾਇਆ, ਇਦੋਂ ਉੱਪਰ ਕੁਝ ਹੋਰ ਨਹੀਂ, ਫਿਰ ਬੜੀ ਮਾੜੀ ਗੱਲ ਆ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨਾਵੇ ਜਾਏ। ਸੱਚਾ ਧਨ ਤੇ ਧਨ ਦੀ ਸਦ ਵਰਤੋਂ ਕਿਵੇਂ ਕਰਨੀ ਆ, ਇਹ ਗੱਲਾਂ ਗੁਰੂ ਦੀ ਮੱਤ ਦੁਆਰਾ ਹੀ ਪ੍ਰਾਪਤ ਹੁੰਦੀਆਂ ਨੇ। ਕਾਚਾ ਧਨ ਫੁਨ ਆਵੇ ਜਾਏ। ਕੱਚਾ ਧਨ ਜਿਹੜਾ ਹੁੰਦਾ ਇਨਸਾਨ ਦਾ ਜਮ੍ਹਾਂ ਕੀਤਾ ਹੋਇਆ, ਤਾਂ ਉਹ ਆਉਂਦਾ ਜਾਂਦਾ ਰਹਿੰਦਾ ਹੈ,
ਪਰ ਪੱਕਾ ਧਨ ਨਾਮ ਜਿਹਨੂੰ ਕਿਹਾ ਜਾਂਦਾ, ਗੁਰੂ ਦੀ ਬਾਣੀ ਕਿਹਾ ਜਾਂਦਾ, ਇਹ ਬੰਦਾ ਸਾਂਭੀ ਰਹਿੰਦੀ ਹੈ। ਕੋਈ ਚੋਰ ਚੋਰੀ ਨਹੀਂ ਕਰ ਸਕਦਾ। ਕੀਤੀ ਹੋਈ ਬਾਣੀ ਕੰਠ, ਜਪਿਆ ਹੋਇਆ ਨਾਮ, ਪੜ੍ਹੀ ਹੋਈ ਵਿਦਿਆ ਕੋਈ ਚੁਰਾ ਨਹੀਂ ਸਕਦਾ। ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਕੋਈ ਡਾਕੂ ਡਾਕਾ ਨਹੀਂ ਮਾਰ ਸਕਦਾ। ਜੋ ਤੁਹਾਨੂੰ ਬਾਣੀ ਕੰਠਾ ਚੋਰੀ ਨਹੀਂ ਕਰ ਸਕਦਾ ਉਸ ਨੂੰ। ਤੇ ਜੋ ਤੁਸੀਂ ਸੰਗਤ ਕੀਤੀ ਆ ਉਹ ਵੀ ਚੋਰੀ ਨਹੀਂ ਕਰ ਸਕਦਾ। ਉਹ ਵੀ ਤੁਹਾਡੇ ਕੋਲ, ਤੁਹਾਡੇ ਅੰਦਰ ਹੀ ਆ, ਉੱਥੇ ਤੱਕ ਪਹੁੰਚ ਹੀ ਨਹੀਂ। ਅਸਲ 'ਚ ਜਿਹੜਾ ਸੱਚਾ ਧਨ ਹੁੰਦਾ ਉੱਥੇ ਤੱਕ ਚੋਰਾਂ ਦੀ ਪਹੁੰਚ ਹੀ ਨਹੀਂ ਹੁੰਦੀ। ਜਿਹੜਾ ਸੱਚਾ ਧਨ ਹੁੰਦਾ ਉਹ ਚੁਰਾਇਆ ਹੀ ਨਹੀਂ ਜਾ ਸਕਦਾ। ਜਿਹੜਾ ਸੱਚਾ ਧਨ ਹੁੰਦਾ ਉਹ ਲੁੱਟਿਆ ਹੀ ਨਹੀਂ ਜਾ ਸਕਦਾ। ਸਾਡੀ ਪੜ੍ਹੀ ਹੋਈ ਵਿਦਿਆ, ਕੀਤੀ ਹੋਈ ਬਾਣੀ ਕੰਠ ਤੇ ਕੀਤੀ ਹੋਈ ਸੰਗਤ, ਇਹ ਚੀਜ਼ਾਂ ਸੱਚਾ ਧਨ ਹਨ। ਨਾ ਤਾਂ ਇਹਨਾਂ ਨੂੰ ਚੋਰ ਚੋਰੀ ਕਰ ਸਕਦੇ ਆ, ਨਾ ਡਾਕੂ ਲੁੱਟ ਸਕਦੇ ਆ, ਨਾ ਹੀ ਇਹਨਾਂ ਦੇ ਗਵਾਚਣ ਦਾ ਡਰ ਆ, ਨਾ ਹੀ ਇਹਨਾਂ ਦੇ ਡੁੱਬਣ ਦਾ ਪਾਣੀ 'ਚ ਡਰ ਆ, ਨਾ ਹੀ ਅੱਗ ਦੇ ਨਾਲ ਸੜਨ ਦਾ ਡਰ ਆ। ਇਹੋ ਜਿਹੇ ਧਨ ਨੂੰ ਹੀ ਬਾਣੀ ਨੇ ਸੱਚਾ ਧਨ ਕਿਹਾ ਹੈ। ਬਾਕੀ ਜਿੰਨੇ ਪੈਸੇ ਹਨ ਸਾਡੇ ਕੋਲੇ, ਇਹਨਾਂ ਦੇ ਗਵਾਚਣ ਦਾ ਵੀ ਡਰ ਆ, ਜੇਬ ਕਤਰਿਆਂ ਦਾ ਵੀ ਡਰ ਆ। ਇਹ ਪਾਣੀ 'ਚ ਡੁੱਬ ਵੀ ਜਾਂਦੇ ਨੇ, ਅੱਗ ਨਾਲ ਸੜ ਵੀ ਜਾਂਦੇ ਨੇ, ਡਾਕੂ ਲੁਟੇਰੇ ਇਹਨਾਂ ਨੂੰ ਲੁੱਟ ਵੀ ਸਕਦੇ ਨੇ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਨਸਾਨ ਕੌਡੀ ਕੌਡੀ ਜੋੜ ਕੇ ਲੱਖਾਂ ਕਰੋੜਾਂ ਰੁਪਈਏ ਜੋੜਦਾ, ਪਰ 1 ਸੈਕਿੰਡ ਲੱਗਦਾ ਇਹਨਾਂ ਚੀਜ਼ਾਂ ਨੂੰ ਪਰਾਈਆਂ ਹੋਣ ਨੂੰ। 1 ਸੈਕਿੰਡ ਲੱਗਦਾ ਓਪਰੀਆਂ ਹੋਣ ਨੂੰ। ਕਮਾਉਣ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਤੇ ਜਨਮ ਗਇਓ। ਕੌਡੀਆਂ ਕੌਡੀਆਂ ਜੋੜ ਕੇ ਬੰਦਾ ਲੱਖਾਂ ਰੁਪਈਏ ਜੋੜਦਾ, ਪਰ 1 ਸੈਕਿੰਡ 'ਚ ਬੇਗਾਨੇ ਹੋ ਜਾਂਦੇ ਨੇ। ਇਸ ਕਰਕੇ ਸੱਚਾ ਧਨ ਇਹ ਹੋ ਨਹੀਂ ਸਕਦਾ। ਹਾਂ, ਪਰ ਗੁਜਰਾਨ ਹੋ ਸਕਦੀ ਹੈ ਮਾਇਆ। ਸੁੱਖਾਂ ਨੂੰ ਮਾਨਣ ਲਈ, ਸਹੂਲਤਾਂ ਨੂੰ ਪੈਦਾ ਕਰਨ ਲਈ, ਰੋਟੀ ਕੱਪੜਾ ਮਕਾਨ ਚੰਗੀਆਂ ਚੀਜ਼ਾਂ ਨੂੰ ਪਾਉਣ ਲਈ, ਮਾਨਣ ਲਈ ਇਹ ਚੀਜ਼ ਬਹੁਤ ਜ਼ਰੂਰੀ ਆ, ਪਰ ਇਹਨੂੰ ਗੁਰੂ ਵਾਲੀ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਇਹਨੂੰ ਰੱਬ ਵਾਲਾ ਸਥਾਨ ਨਹੀਂ ਦਿੱਤਾ ਜਾ ਸਕਦਾ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਨਸਾਨ ਇਸ ਕਰਕੇ ਇਹੋ ਜਿਹੀਆਂ ਗੱਲਾਂ ਕਰਦਾ ਹੈ ਜਿਹਦੇ ਵਿੱਚ ਉਹਨੂੰ ਪਤਾ ਨਹੀਂ ਕਿ ਇਹਦਾ ਨਤੀਜਾ ਕੀ ਨਿਕਲਣਾ ਅੱਗੇ ਜਾ ਕੇ। ਮੂਰਖਾਂ ਦੇ ਵਾਂਗ, ਗਵਾਰਾਂ ਦੇ ਵਾਂਗ ਉਹਦੀ ਚਾਲ ਆ, ਉਹਨੂੰ ਕੁਝ ਸਮਝ ਨਹੀਂ। ਇਵੇਂ ਇੱਕ ਦਰਜੀ ਸੀ, ਉਹਦਾ ਮਕਾਨ ਤੇ ਉੱਪਰ ਚੁਬਾਰਾ, ਉੱਥੇ ਬਹਿ ਕੇ ਉਹ ਕੱਪੜੇ ਸਿਉਂਦਾ ਹੁੰਦਾ ਸੀ। ਇੱਕ ਦਿਨ ਕੱਪੜੇ ਸਿਲਾਈ ਕਰ ਰਿਹਾ ਤੇ ਉਹਦੀ ਇੱਕ ਬੇਟੀ ਸੀ, ਬਹੁਤ ਹਜੇ ਛੋਟੀ ਸੀ ਉਮਰ ਦੇ ਵਿੱਚ। ਉਹ ਆਪਣੇ ਪਿਤਾ ਜੀ ਦੇ ਪਾਸ ਆ ਕੇ ਪੁੱਛਦੀ ਆ ਕਿ ਪਿਤਾ ਜੀ ਤੁਸੀਂ ਕੀ ਕਰ ਰਹੇ ਹੋ? ਉਹਨੇ ਆਖਿਆ, ਪੁੱਤਰ ਮੈਂ ਕੱਪੜੇ ਸਿਉਂ ਰਿਹਾ। ਉਹ ਪੌੜੀਆਂ ਉਤਰ ਕੇ ਹੇਠਾਂ ਚਲੀ ਗਈ। ਕੁਝ ਸਮੇਂ ਬਾਅਦ ਖੇਡਦੀ ਹੋਈ ਵਾਪਸ ਆਈ ਤੇ ਪੁੱਛਿਆ, ਪਿਤਾ ਜੀ ਕੀ ਕਰ ਰਹੇ ਹੋ ਤੁਸੀਂ? ਇਹਨੇ ਆਖਿਆ ਵੀ ਮੈਂ ਕੱਪੜੇ ਸਿਉਂ ਰਿਹਾ, ਤੈਨੂੰ ਦਿਖ ਰਿਹਾ, ਤੂੰ ਦੇਖ ਰਹੀ ਆ ਤਾਂ ਵੀ ਪੁੱਛ ਰਹੀ ਆ। ਫਿਰ ਤੀਜੀ ਵਾਰ ਆ ਕੇ ਪੁੱਛਦੀ ਆ ਤੇ ਗੁੱਸੇ ਦੇ ਵਿੱਚ ਆ ਕੇ ਕਹਿੰਦਾ, ਤੂੰ ਇੱਕ ਗੱਲ ਵਾਰ-ਵਾਰ ਪੁੱਛ ਰਹੀ ਆ, ਮੈਂ ਕੱਪੜੇ ਸਿਉਂ ਰਿਹਾ। ਉਹ ਬੱਚੀ ਕਹਿਣ ਲੱਗੀ, ਪਿਤਾ ਜੀ ਇਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜਿਹੜੀ ਮਸ਼ੀਨ ਆ ਕੱਪੜੇ ਸਿਉਣ ਵਾਲੀ,
ਉਹਦੇ ਵਿੱਚ ਤੁਸੀਂ ਧਾਗਾ ਨਹੀਂ ਪਾਇਆ, ਤੁਸੀਂ ਇਕੱਲੇ ਖਾਲੀ ਪੈਡਲ ਮਾਰ ਰਹੇ ਹੋ। ਖਾਲੀ ਪੈਡਲ ਮਾਰ ਰਹੇ ਹੋ ਤੇ ਉਹ ਟੋਪਾ ਕਿਵੇਂ ਭਰਿਆ ਜਾਵੇਗਾ, ਸਿਉਣ ਕਿਵੇਂ ਵੱਜੇਗੀ? ਤੁਹਾਡੀ ਸੂਈ ਦੇ ਵਿੱਚ ਤਾਂ ਧਾਗਾ ਹੀ ਹੈ ਨਹੀਂ, ਖਾਲੀ ਪੈਡਲ ਵੱਜ ਰਹੇ ਨੇ, ਕੱਪੜਾ ਵੀ ਅੱਗੇ ਜਾ ਰਿਹਾ ਪਰ ਸਿਲਾਈ ਨਹੀਂ ਹੋ ਰਿਹਾ। ਉਹ ਜਦੋਂ ਉਹਨੇ ਦੇਖਿਆ ਵਾਕਈ ਉਹ ਧਾਗਾ ਪਾਉਣਾ ਤਾਂ ਭੁੱਲ ਹੀ ਗਿਆ ਸੀ, ਪੈਡਲ ਮਾਰ ਰਿਹਾ ਸੀ, ਕੱਪੜਾ ਵੀ ਅੱਗੇ ਜਾ ਰਿਹਾ ਸੀ ਪਰ ਸੀਤਾ ਨਹੀਂ ਸੀ ਕੁਝ ਜਾ ਰਿਹਾ। ਇਸ ਕਰਕੇ ਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਬੰਦਾ ਵੀ ਐਵੇਂ ਕਰਦਾ, ਪੈਡਲ ਵੀ ਮਾਰਦਾ ਰੋਜ਼। ਜਿਹੜਾ ਦਿਨ ਹੁੰਦਾ ਹਰ ਰੋਜ਼ ਸਾਹਾਂ ਦੇ ਪੈਡਲ ਵੱਜਦੇ ਨੇ, ਪਰ ਸੂਈ ਵੀ ਉੱਤੇ ਜਾ ਕੇ ਟੱਚ ਕਰਦੀ ਆ, ਕਰਮ ਵੀ ਆਪਾਂ ਕਰਦੇ ਹਾਂ ਪਰ ਸੀਤਾ ਨਹੀਂ ਕੁਝ ਜਾ ਰਿਹਾ। ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰਸੋਂ ਲੱਗਾ। ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰਸੋਂ ਲੱਗਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਉਹ ਸੂਈ ਤੇ ਧਾਗਾ ਲੈ ਕੇ ਆਪਦਾ ਮਨ ਜਿਹੜਾ ਰੱਬ ਦੇ ਨਾਲ ਗੰਢਿਆ, ਪਰਮਾਤਮਾ ਦੇ ਨਾਲ ਲਾਇਆ, ਉਹਦੇ ਨਾਲ ਸਿਉਂ ਲਿਆ, ਭਾਵ ਕਿ ਸੀਤਾ ਗਿਆ ਮੇਰਾ ਮਨ। ਇੱਥੇ ਕਹਿਣਾ ਪਏਗਾ ਕਿ ਅਸੀਂ ਰੋਜ਼ ਪੈਡਲ ਮਾਰ ਰਹੇ ਹਾਂ ਜਿਵੇਂ ਉਹ ਦਰਜੀ ਸੀ, ਪਰ ਸੂਈ ਦੇ ਵਿੱਚ ਧਾਗਾ ਹੀ ਕੋਈ ਨਹੀਂ ਹੈਗਾ। ਉਹ ਸੀਤਾ ਕਿਵੇਂ ਜਾਵੇਗਾ, ਸਿਲਾਈ ਕਿਵੇਂ ਹੋਵੇਗਾ? ਮਨ ਮੁਖ ਭੂਲੇ ਸਭ ਮਰੇ ਗਵਾਰ, ਭਵਜਲ ਡੂਬੇ ਨਾ ਉਰਵਾਰ ਨ ਪਾਰ। ਸਤਿਗੁਰ ਭੇਟੈ ਪੂਰੇ ਭਾਗ, ਸਾਚ ਰਤੇ ਅਹਨਿਸ ਬੈਰਾਗ। ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗੇ ਹੁੰਦੇ ਨੇ ਬੰਦੇ, ਉਹਨਾਂ ਨੂੰ ਹੀ ਤਾਂ ਮਨਮੁਖ ਕਹਿੰਦੇ ਨੇ। ਭੁੱਲੇ ਹੋਏ ਬੰਦੇ, ਅੰਦਰੋਂ ਮਰੇ ਹੋਏ ਬੰਦੇ ਗਵਾਰ, ਭਵਜਲ ਡੂਬੇ, ਉਹ ਡੁੱਬ ਜਾਂਦੇ ਨੇ, ਨਾ ਉਰਵਾਰ ਨਾ ਪਾਰ। ਨਾ ਤਾਂ ਸਮੁੰਦਰ ਦੇ ਉਰਲੇ ਬੰਨੇ ਲੱਗਦੇ ਨੇ, ਨਾ ਹੀ ਪਰਲੇ ਬੰਨੇ ਲੱਗਦੇ ਨੇ, ਪਾਰ ਨਾ ਉਰਾਰ, ਵਿੱਚ ਹੀ ਜਾ ਕੇ ਡੁੱਬ ਜਾਂਦੇ ਨੇ। ਗੁਰੂ ਮਹਾਰਾਜ ਦੀ ਜਿਨ੍ਹਾਂ ਤੇ ਰਹਿਮਤ ਨਹੀਂ ਹੁੰਦੀ, ਤਰਸ ਨਹੀਂ ਹੁੰਦਾ, ਉਹਨਾਂ ਨਾਲ ਇਵੇਂ ਹੀ ਹੁੰਦਾ। ਇੱਕੋ ਯਾਰੀ ਇਕੱਲੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖੁਆਰੀਆਂ ਨੇ। ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਅਸਲੀ ਦੋਸਤ ਮਿੱਤਰ ਕੌਣ ਆਉਂਦਾ, ਸੱਚਾ ਸਾਥੀ ਕੌਣ? ਉਹ ਮਾਇਆ ਨੂੰ ਹੀ ਮਿੱਤਰ ਸਮਝੀ ਜਾਂਦਾ, ਜਦੋਂ ਕਿ ਪੈਸਾ ਇੱਕ ਗੁਜਰਾਨ ਆ, ਇਹ ਲੋੜਾਂ ਪੂਰੀਆਂ ਕਰ ਦੇਗਾ, ਪਰ ਇਹ ਸੱਚਾ ਸਾਥੀ ਨਹੀਂ ਹੋ ਸਕਦਾ। ਇੱਕੋ ਯਾਰੀ ਇਕੱਲੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖੁਆਰੀਆਂ ਨੇ। ਉਹ ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ, ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ। ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ, ਉਹੀ ਤੂੰ ਲੈਣਾ ਉਹੀ ਮੈਂ ਲੈਣਾ। ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ, ਤੂੰ ਵੀ ਢਹਿ ਪੈਣਾ ਮੈਂ ਵੀ ਢਹਿ ਪੈਣਾ। ਸੱਦਾ ਆਇਆ ਤੇ ਬੁੱਕਲਾ ਮਾਰ ਟੁਰਨਾ, ਨਾ ਕੁਝ ਤੂੰ ਲੈਣਾ ਨਾ ਮੈਂ ਲੈਣਾ। ਜੋ ਗੁਜ਼ਰੇਗੀ ਸੋ ਜਾਣ ਆਪਣੀ, ਤੇ ਉਹੀ ਤੂੰ ਸਹਿਣਾ ਉਹੀ ਮੈਂ ਸਹਿਣਾ। ਜੋ ਗੁਜ਼ਰੇਗੀ ਸੋ ਜਾਣ ਆਪਣੀ, ਤੇ ਉਹੀ ਤੂੰ ਸਹਿਣਾ ਉਹੀ ਮੈਂ ਸਹਿਣਾ। ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ ਉਹ ਕਿੱਥੇ ਗਏ ਤੇਰੇ ਘਰ ਦੇ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ, ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ। ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ। ਇਸ ਕਰਕੇ ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਆਖਰੀ ਇਸ਼ਨਾਨ ਹੁੰਦਾ ਜਦੋਂ ਬੰਦੇ ਦਾ, ਤਾਂ ਪੁਰਾਤਨ ਸਮਿਆਂ 'ਚ ਇੱਕ ਬਾਂਸਲੀ ਹੁੰਦੀ ਸੀ, ਲੱਕ ਦੇ ਨਾਲ ਬੰਨ੍ਹ ਕੇ ਰੱਖਦੇ ਸੀ ਬਜ਼ੁਰਗ, ਉਹ 'ਚ ਪੈਸੇ ਰੱਖਦੇ ਸੀ। ਕਹਿੰਦੇ ਉਹ ਵੀ ਇਸ਼ਨਾਨ ਕਰਾਉਂਦਿਆਂ ਤੋਂ ਲਾ ਲੈਂਦੇ ਨੇ। ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਕੌਡੀ ਕੌਡੀ ਜੋਰ ਕੇ, ਜੋਰੇ ਲਾਖ ਕਰੋੜ। ਜਿਹੜਾ ਪੈਸਾ ਹੈ ਇਹ ਬਹੁਤ ਜ਼ਰੂਰੀ ਅੰਗ ਆ,
ਅੱਜ ਦੇ ਸਮੇਂ ਦੇ ਵਿੱਚ ਜੇ ਬੰਦਾ ਬਿਮਾਰ ਹੋ ਜੇ ਉਹਨੂੰ ਲੋੜ ਆ, ਬੱਚਿਆਂ ਨੂੰ ਪੜ੍ਹਾਉਣਾ ਲੋੜ ਆ, ਪਰ ਇਹਨੂੰ ਸਿਰ ਤੇ ਨਹੀਂ ਬਿਠਾਉਣਾ ਚਾਹੀਦਾ। ਸਿੱਧੀ ਸਿੱਧੀ ਸਾਫ਼ ਸਾਫ਼ ਸਪਸ਼ਟ ਸਪਸ਼ਟ ਗੱਲ ਜਿਹੜੀ ਉਹ ਇਹ ਆ, ਮਹਾਰਾਜ ਕਹਿਣਾ ਚਾਹੁੰਦੇ ਕਿ ਸਿਰ ਤੇ ਬਿਠਾਉਣ ਲਈ ਗੁਰੂ ਆ। ਇਹਨੂੰ ਜਗ੍ਹਾ ਜਿਹੜੀ ਆ ਉਹ ਦਿਮਾਗ 'ਚ ਨਾ ਦਿਓ, ਦਿਲ 'ਚ ਨਾ ਦਿਓ। ਪੈਸੇ ਨੂੰ ਦਿਲ 'ਚ ਜਗ੍ਹਾ ਦਿਓ, ਆਪਦੇ ਪਰਿਵਾਰ ਨੂੰ ਦਿਲ 'ਚ ਜਗ੍ਹਾ ਦਿਓ, ਗੁਰੂ ਨੂੰ ਦਿਲ 'ਚ ਜਗ੍ਹਾ ਦਿਓ, ਆਪਦੇ ਦੋਸਤਾਂ ਨੂੰ, ਪਰਮਾਤਮਾ ਨੂੰ। ਇਹ ਚੀਜ਼ ਇੰਨੀ ਵੀ ਮਹਾਨ ਨਹੀਂ ਵੀ ਇਹਨੂੰ ਸਿਰ ਤੇ ਬਿਠਾਇਆ ਜਾਵੇ, ਹਾਂ, ਪਰ ਇਹ ਇੱਕ ਲੋੜ ਹੈ। ਜਿਹੜੀਆਂ ਚੀਜ਼ਾਂ ਦੇ ਵਿੱਚ ਜਾਨ ਨਹੀਂ ਉਹਨਾਂ ਨੂੰ ਅਸੀਂ ਪਿਆਰ ਕਰਦੇ ਹਾਂ। ਜਿਹੜੀਆਂ ਚੀਜ਼ਾਂ ਦੇ ਵਿੱਚ ਜਾਨ ਆ, ਪਰਮਾਤਮਾ ਦੀ ਜਿਹੜੀ ਅੰਸ਼ ਨੇ, ਉਹਨਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ। ਕਹਿੰਦੇ ਨੇ ਕਿ ਚੀਜ਼ਾਂ ਵਰਤਣ ਲਈ ਹੁੰਦੀਆਂ ਨੇ, ਪੈਸਾ ਵਰਤਣ ਲਈ ਹੁੰਦਾ, ਲੋਕ ਪਿਆਰ ਕਰਨ ਲਈ ਹੁੰਦੇ ਨੇ। ਉਲਟ ਨਾ ਕਰੋ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਲੋਕ ਚੀਜ਼ਾਂ ਨੂੰ ਤਾਂ ਪਿਆਰ ਕਰਦੇ ਨੇ, ਲੋਕਾਂ ਨੂੰ ਵਰਤਦੇ ਨੇ। ਉਲਟ ਨਾ ਕਰੋ। ਗੁਰੂ ਮਹਾਰਾਜ ਸਾਨੂੰ ਇਹੀ ਗੱਲਾਂ ਸਿਖਾਉਂਦੇ ਨੇ। ਪੈਸਾ ਲੋੜ ਹੈ, ਗੁਜ਼ਰਾਨ ਵਰਤਨ ਨੂੰ ਆ, ਇਹਨੂੰ ਪਿਆਰ ਨਹੀਂ ਕਰਨਾ। ਗੁਰੂ ਪਿਆਰ ਕਰਨ ਵਾਸਤੇ ਆ, ਗੁਰੂ ਨੂੰ ਵਰਤਣਾ ਨਹੀਂ। ਰਿਸ਼ਤੇਦਾਰ, ਦੋਸਤ, ਮਿੱਤਰ ਪਿਆਰ ਕਰਨ ਨੂੰ ਨੇ, ਇਹਨਾਂ ਨੂੰ ਵਰਤਣਾ ਨਹੀਂ। ਲੋਕ ਇੱਕ ਦੂਜੇ ਨੂੰ ਵਰਤ ਰਹੇ ਨੇ, ਪਿਆਰ ਨਹੀਂ ਕਰ ਰਹੇ। ਇਸ ਕਰਕੇ ਹੀ ਰਿਸ਼ਤਿਆਂ ਦੇ ਵਿੱਚ ਫਿੱਕ ਪਿਆ ਹੋਇਆ। ਮਹਾਰਾਜ ਕਹਿੰਦੇ ਭਵਜਲ ਡੂਬੇ ਉਰਵਾਰ ਨਾ ਪਾਰ, ਮਨਮੁਖ ਭੁੱਲੇ ਸਭ ਮਰੇ ਗਵਾਰ। ਮਨਮੁਖ ਬੰਦੇ ਭੁੱਲੇ ਹੋਏ ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਚੀਜ਼ ਸਿਰਫ ਪੈਸੇ ਜਿਹੜੇ ਹੁੰਦੇ ਨੇ ਇਹਨਾਂ ਨੂੰ ਜੇਬ 'ਚ ਰੱਖਣਾ, ਦਿਮਾਗ 'ਚ ਨਹੀਂ ਰੱਖਣਾ, ਇਹਨਾਂ ਨੂੰ ਖਾਤਿਆਂ 'ਚ ਰੱਖਣਾ, ਦਿਲ 'ਚ ਨਹੀਂ ਵਸਾਉਣਾ। ਕਿਉਂਕਿ ਇੱਕ ਲੋੜ ਆ, ਆਉਣ ਵਾਲੇ ਸਮੇਂ 'ਚ ਬੰਦਾ ਬਿਮਾਰ ਹੋ ਜੇ, ਜੇ ਪੈਸੇ ਹੋਣਗੇ ਤਾਂ ਇਲਾਜ ਹੋਣਾ, ਪੈਸੇ ਹੋਣਗੇ ਤਾਂ ਰਾਸ਼ਨ ਆਉਣਾ, ਪੈਸੇ ਹੋਣਗੇ ਤਾਂ ਬੱਚਿਆਂ ਨੂੰ ਪੜ੍ਹਾਉਣਾ। ਪਰ ਇਹ ਉਹ ਜਗ੍ਹਾ ਨਹੀਂ ਲੈ ਸਕਦਾ ਗੁਰੂ ਵਾਲੀ। ਗੱਲ ਇਹ ਕਹਿ ਰਹੇ ਆ ਗੁਰੂ ਸਾਹਿਬ ਜੀ, ਇਹਨੂੰ ਸਿਰਫ ਪੈਸੇ ਨੂੰ ਜੇਬ 'ਚ ਰੱਖੋ, ਦਿਮਾਗ 'ਚ ਨਾ ਰੱਖੋ। ਜਦੋਂ ਇਹ ਦਿਮਾਗ 'ਚ ਆ ਜਾਂਦਾ ਬੰਦੇ ਦੇ, ਉਦੋਂ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ, ਖੁਆਰ ਹੋ ਜਾਂਦੀ ਆ। ਉਹਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਆ ਤੇ ਝੂਠ ਕੀ ਆ। ਗੁਰੂ ਨਾਨਕ ਸਾਹਿਬ ਜੀ ਹੋਏ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਇੱਕ ਬਚਨ ਸੀ, ਕਹਿੰਦੇ ਜੇ ਬੰਦੇ ਦੀ ਜੇਬ 'ਚ ਪੈਸੇ ਆ ਤੇ ਬਹੁਤ ਵੱਡਾ ਸ਼ਾਹੂਕਾਰ ਸਮਝਦਾ ਆਪਦੇ ਆਪ ਨੂੰ, ਪਰ ਉਹਦੇ ਸਾਹਮਣੇ ਭੁੱਖੇ ਬੰਦੇ ਬੈਠੇ ਆ, ਜਾਂ ਤਾਂ ਗਵਾਂਢੀ ਭੁੱਖਾ ਸੌਂਦਾ, ਉਹ ਸ਼ਾਹੂਕਾਰ ਨਹੀਂ ਹੋ ਸਕਦਾ। ਉਹ ਸ਼ਾਹੂਕਾਰ ਕਾਹਦਾ? ਜਿਹਦਾ ਗਵਾਂਢੀ ਭੁੱਖਾ ਸੌਂਦਾ। ਮੇਰੀ ਜੇਬ 'ਚ ਕਹਿੰਦੇ 20 ਰੁਪਈਏ ਹੋਣ ਤੇ ਸਾਹਮਣੇ ਮੇਰੇ ਭੁੱਖੇ ਸਾਧੂ ਹੋਣ, ਮੈਥੋਂ ਰਿਹਾ ਨਹੀਂ ਜਾਵੇਗਾ, ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਦੇਵਾਂਗਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਹੈ, ਇਹ ਉਹਨਾਂ ਦੀ ਫਿਲਾਸਫੀ ਆ। ਕਿਹਾ ਜਾਂਦਾ ਕਿ ਬਚਪਨ ਦੇ ਵਿੱਚ ਉਹਨਾਂ ਬੜੇ ਕੌਤਕ ਕੀਤੇ। ਬਿਰਲਾ ਬਿਰਲਾ ਸੀ ਜਿਹਨੂੰ ਸਮਝ ਆਈ ਕਿ ਰੱਬੀ ਅਵਤਾਰ ਨੇ, ਗੁਰੂ ਨਾਨਕ ਜੀ ਨੇ। ਬਿਰਲਾ ਬਿਰਲਾ ਸੀ ਬੇਬੇ ਨਾਨਕੀ ਜੀ ਦੇ ਵਾਂਗ ਕੋਈ ਜਿਹੜਾ ਉਹਨਾਂ ਦਾ ਪਹਿਲਾ ਸਿੱਖ ਬਣਿਆ। ਪਿੰਡ 'ਚ ਲੋਕ ਬਹੁਤ ਵਸਦੇ ਸੀ, ਰਾਏ ਭੋਏ ਦੀ ਤਲਵੰਡੀ 'ਚ, ਪਰ ਰਾਏ ਬਲਾਰ ਨੂੰ ਸਮਝ ਆਈ ਆ, ਮਾਤਾ ਪਿਤਾ ਨੂੰ ਸਮਝ ਨਹੀਂ ਆਈ। ਰਾਏ ਬਲਾਰ ਨੇ ਜਾਣਿਆ ਕਿ ਇਹ ਆਮ ਬੱਚਾ ਨਹੀਂ ਹੈਗਾ, ਇਹ ਕੋਈ ਰੱਬੀ ਅਵਤਾਰ ਆ। ਤਾਂ ਜਦੋਂ ਛੋਟੇ ਹੁੰਦੇ ਸੀ, 13 ਸਾਲ ਦੀ ਆਪ ਜੀ ਦੀ ਉਮਰ ਸੀ ਗੁਰੂ ਨਾਨਕ ਸਾਹਿਬ ਜੀ ਦੀ, ਉਦੋਂ ਨਾ ਇਹਨਾਂ ਨੇ ਸੰਤਾਂ ਦੇ ਨਾਲ ਵਿਚਾਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਸੀ। ਚਲੇ ਜਾਂਦੇ ਸਨ ਮਹਾਤਮਾ ਦੇ ਪਾਸ, ਵਿਚਾਰ ਕਰਨ ਲੱਗ ਜਾਣਾ। ਤੇ ਉੱਥੇ ਲਾਗੇ ਹੀ ਪਾਕਪਟਨ ਸ਼ਹਿਰ ਸੀ, ਜਿੱਥੇ ਇਹਨਾਂ ਜਾਣਾ, ਜਿੱਥੇ ਸ਼ੇਖ ਫਰੀਦ ਜੀ ਦਾ ਪ੍ਰਕਾਸ਼ ਹੋਇਆ ਸੀ। ਉੱਥੇ ਸ਼ੇਖ ਇਬਰਾਹਿਮ ਜੀ ਉਦੋਂ ਗੱਦੀ ਤੇ ਬੈਠੇ ਸਨ, ਉਹਨਾਂ ਨਾਲ ਵਿਚਾਰ ਕਰਨ ਲੱਗ ਜਾਣੀ।
ਪਿਤਾ ਨੂੰ ਡਰ ਪੈਦਾ ਹੋ ਗਿਆ ਕਿਤੇ ਮੇਰਾ ਮੁੰਡਾ ਪੁੱਤਰ ਫਕੀਰ ਹੀ ਨਾ ਹੋ ਜੇ। ਪਿਤਾ ਕਲਿਆਣ ਚੰਦ ਜੀ ਨੂੰ ਫਿਕਰ ਪੈ ਗਿਆ ਸੀ ਕਿ ਜੇ ਫਕੀਰ ਬਣ ਗਿਆ, ਸਾਧੂ ਬਣ ਗਿਆ, ਮੈਂ ਕੀ ਕਰਾਂਗਾ। ਇੱਕ ਉਹਨਾਂ ਨੇ ਤਰਕੀਬ ਸੋਚੀ ਸੀ, ਕੋਈ ਸੁਝਾਅ ਕਿਸੇ ਨੇ ਦਿੱਤਾ ਹੋਣਾ ਤੇ ਬੁਲਾਇਆ। ਕਹਿੰਦੇ ਪੁੱਤਰ ਜੀ ਆਪਾਂ ਹੱਟੀ ਪਾ ਲੈਨੇ ਹਾਂ, ਪਰ ਉਹਦੇ ਲਈ ਸੌਦਾ ਲਿਆਉਣਾ ਪਵੇਗਾ। ਸੌਦਾ ਲਿਆਉਣਾ ਦੂਜੇ ਪਿੰਡ ਤੋਂ ਜਾ ਕੇ, ਚੂੜਕਾਣੇ ਪਿੰਡ ਤੋਂ ਲਿਆਉਣਾ ਸਸਤਾ ਤੇ ਉਦੋਂ ਦੁੱਗਣੇ ਮੁੱਲ ਤੇ ਲਿਆ ਕੇ ਵੇਚ ਦੇਣਾ। ਇਹੀ ਧੰਦੇ ਦਾ ਗੌਰਾ। ਕੋਲ ਬਿਠਾ ਕੇ ਆਖਿਆ ਸੀ ਇਵੇਂ ਹੀ ਹੁੰਦਾ। ਵਪਾਰੀ ਜਿਹੜੇ ਨੇ ਵੱਡੇ ਸ਼ਹਿਰਾਂ ਵਿੱਚੋਂ ਸਾਜੋ ਸਮਾਨ ਲਿਆਉਂਦੇ ਨੇ ਤੇ ਉਹਨੂੰ ਦੁੱਗਣੇ ਭਾਅ ਤੇ ਜਾਂ 1.5 ਗੁਣਾ ਕਰਕੇ ਵੇਚ ਦਿੰਦੇ ਨੇ ਤੇ ਲਾਭ ਹੁੰਦਾ। ਇਹੀ ਧੰਦੇ ਦਾ ਗੁਰ ਹੁੰਦਾ, ਇਹਨੂੰ ਹੀ ਸੱਚਾ ਸੌਦਾ ਕਿਹਾ ਜਾਂਦਾ। ਉਹਨਾਂ ਦੇ ਮੁਤਾਬਕ ਕਹਿੰਦੇ ਤੂੰ ਛੋਟਾ ਹੈ ਅਜੇ, ਤੇਰੇ ਨਾਲ ਬਾਲੇ ਨੂੰ ਭੇਜ ਦਿੰਦੇ ਆ। ਨਾਲ ਹੀ ਥੋੜੀ ਦੂਰੀ ਤੇ ਘਰ ਸੀ, ਭਾਈ ਬਾਲਾ ਜੀ ਨੂੰ ਬੁਲਾਇਆ ਗਿਆ। ਕਹਿੰਦੇ ਪੁੱਤਰ ਨਾਨਕ ਦੇ ਨਾਲ ਜਾਓ, ਚੂੜਕਾਣੇ ਤੋਂ ਸੌਦਾ ਲੈ ਕੇ ਆਓ, ਇਹੀ ਧੰਦੇ ਦਾ ਗੋਰਾ ਲਿਆ ਕੇ ਦੁੱਗਣੇ ਮੁੱਲ ਤੇ ਵੇਚ ਦਾਂਗੇ, ਲਾਭ ਹੋ ਉਹਦਾ, ਹੋਰ ਸੌਦਾ ਪਾਲਾਂਗੇ। ਇਵੇਂ ਨਾਨਕ ਜਿਹੜਾ ਪੁੱਤਰ ਮੇਰਾ, ਉਹਦੀ ਹੱਟੀ ਚੱਲ ਜੂਗੀ। ਦੇ ਦਿੱਤੇ। ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ। ਅੱਗੋਂ ਕੀ ਦੇਖਿਆ? ਸੰਤ ਰੇਣ ਮਹਾਂਪੁਰਸ਼ ਸਨ, ਫਕੀਰ ਸਨ, ਬੰਦਗੀ ਵਾਲੇ, ਰੱਬ ਦੀ ਰਜ਼ਾ 'ਚ ਰਹਿਣ ਵਾਲੇ। ਉਹਨਾਂ ਦੇ ਨਾਲ ਕੁਝ ਸਾਧੂ ਬੈਠੇ ਸਨ। ਘੋੜੇ ਦੀਆਂ ਵਾਂਗਾਂ ਖਿੱਚ ਕੇ ਰੋਕ ਲੀਆਂ। ਕਹਿਣ ਲੱਗੇ ਭਾਈ ਬਾਲਾ ਜੀ ਇਹਨਾਂ ਨੂੰ ਪੁੱਛਦੇ ਆ ਇਹ ਕੌਣ ਨੇ। ਸੰਤ ਰੇਣ ਦੇ ਨਾਲ ਵਿਚਾਰ ਕੀਤੀ ਆ ਗੁਰੂ ਨਾਨਕ ਜੀ ਨੇ। ਗੱਲਾਂ ਬਾਤਾਂ ਤੋਂ ਪਤਾ ਲੱਗਾ ਇਹ ਕੋਈ ਫਕੀਰ ਹੀ ਨੇ ਤੇ ਭੁੱਖੇ ਵੀ ਨੇ, ਇਹ ਵੀ ਪਤਾ ਲੱਗ ਗਿਆ। ਗੱਲਾਂ ਤੋਂ ਹੀ ਪਤਾ ਲੱਗਾ ਕਿ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਨੇ। ਕਹਿੰਦੇ ਜਦੋਂ ਪਰਮਾਤਮਾ ਦੇਊਗਾ ਉਦੋਂ ਬਸ ਖਾ ਲਾਂਗੇ, ਮੰਗਣਾ ਨਹੀਂ ਕਿਸੇ ਤੋਂ। ਮੰਗਣ ਦੇ ਨਾਲ ਕਹਿੰਦੇ ਬੰਦੇ 'ਚ ਅਧਿਆਤਮ ਨਹੀਂ ਰਹਿੰਦਾ। ਮੰਗਣ ਦੇ ਨਾਲ ਅੰਦਰੋਂ ਅਧਿਆਤਮ ਅਵਸਥਾ ਖਤਮ ਹੁੰਦੀ ਹੈ। ਮੰਗਣਾ ਨਹੀਂ, ਜਦੋਂ ਉਹ ਦੇਵੇਗਾ ਉਦੋਂ ਖਾ ਲਾਂਗੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਜੇ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋ ਤਾਂ ਆ 20 ਰੁਪਈਏ ਮੈਂ ਤੁਹਾਨੂੰ ਦਿੰਦਾ ਹਾਂ। ਸੰਤ ਰੇਣ ਜੀ ਦੇ ਅੱਗੇ ਟੇਕ ਦਿੱਤੇ। ਕਹਿੰਦੇ ਇਦੋਂ ਸੱਚਾ ਸੌਦਾ, ਖਰਾ ਸੌਦਾ ਮੈਨੂੰ ਨਹੀਂ ਲੱਗਦਾ। ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਖਰਾ ਸੌਦਾ, ਸੱਚਾ ਸੌਦਾ ਵੀ ਆਪਾਂ ਕਹਿ ਦਿੰਦੇ ਹਾਂ। ਸੱਚਾ ਤੇ ਖਰਾ ਇੱਕੋ ਗੱਲ ਹੀ ਹੁੰਦੀ ਹੈ। ਕਹਿੰਦੇ ਮੈਨੂੰ ਲੱਗਦਾ ਨਹੀਂ ਇਦੋਂ ਸੋਹਣਾ ਸੌਦਾ, ਖਰਾ ਸੌਦਾ ਕੋਈ ਹੋਊਗਾ। ਸੰਤ ਰੇਣ ਜੀ ਆ ਲਓ ਪੈਸੇ। 20 ਰਜਤਪਣ ਸੀ ਉਦੋਂ, ਕਰੰਸੀ ਜਿਹੜੀ ਚੱਲਦੀ ਸੀ। ਕਹਿੰਦੇ ਇਉਂ ਕਰੋ, ਸੌਦਾ ਲਿਆਓ ਤੇ ਬਣਾਓ ਪ੍ਰਸ਼ਾਦਾ ਤੇ ਛਕਾਓ। ਲਿਆਂਦਾ ਗਿਆ, ਛਕਾਇਆ ਗਿਆ। ਜੇਬ ਤਾਂ ਖਾਲੀ ਹੋ ਗਈ ਗੁਰੂ ਨਾਨਕ ਜੀ ਦੀ 20 ਰੁਪਈਆਂ ਤੋਂ, ਪਰ ਹਿਰਦਾ ਅਸੀਸਾਂ ਦੇ ਨਾਲ ਭਰ ਗਿਆ। ਪਹਿਲਾ ਲੰਗਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਇਆ 20 ਰੁਪਈਆਂ ਦੇ ਨਾਲ, ਜੋ ਕਿ ਕਿਹਾ ਜਾਂਦਾ ਅੱਜ ਤੱਕ ਚੱਲ ਰਿਹਾ, ਅੱਜ ਤੱਕ ਜਾਰੀ ਆ। ਉਵੇਂ ਕਿਹੜਾ ਧਨ ਵਰਤਿਆ ਮਹਾਰਾਜ ਨੇ? ਉਹੀ ਪੈਸਾ ਜਿਹਦੇ ਲਈ ਲੋਕ ਇੱਕ ਦੂਜੇ ਦਾ ਕਤਲ ਕਰਦੇ ਨੇ, ਉਹੀ ਪੈਸਾ ਹੈ ਜਿਹਦੇ ਕਰਕੇ ਭਰਾ ਦਾ ਵੈਰੀ ਬਣ ਜਾਂਦਾ। ਉਹੀ ਪੈਸਾ ਜਿਹੜਾ ਘਰਾਂ 'ਚ ਕੰਧਾਂ ਕਢਵਾਉਂਦਾ। ਉਹ ਪੈਸੇ ਦਾ ਕਿਵੇਂ ਇਸਤੇਮਾਲ ਕਰੀਦਾ ਇਹ ਗੁਰੂ ਨਾਨਕ ਜੀ ਨੇ ਬਚਪਨ 'ਚ ਦੱਸਿਆ। ਬਚਪਨ 'ਚ ਦੱਸਿਆ ਸੀ। ਫਿਰ ਕਿਹਾ ਜਾਂਦਾ ਵੀ 20 ਰੁਪਈਏ ਤਾਂ ਹੁਣ ਨਹੀਂ ਰਹੇ। ਪਹਿਲਾਂ ਨਹੀਂ ਖਿਆਲ ਆਇਆ, ਜਦੋਂ ਵਾਪਸ ਮੁੜੇ ਭਾਈ ਬਾਲਾ ਜੀ ਕਹਿੰਦੇ ਪਿਤਾ ਨੇ ਗੁੱਸੇ ਬਹੁਤ ਹੋਣਾ ਤੁਹਾਡੇ ਨਾਲ। ਕਹਿੰਦੇ ਭਾਈ ਬਾਲਾ ਜੀ ਤਾਂ ਕਿਹਾ ਜਾਂਦਾ ਸਾਖੀ ਦਾ ਕਰਤਾ ਲਿਖਦਾ ਵੀ ਇਹ ਤਾਂ ਘਰੇ ਆ ਗਏ। ਭਾਈ ਬਾਲਾ ਜੀ ਤਾਂ ਘਰੇ ਆ ਗਏ। ਇਹ ਦਰਖਤ ਥੱਲੇ ਬਹਿ ਗਏ, ਪਿੰਡ ਦੇ ਬਾਹਰ ਲੁਕ ਗਏ। ਛੋਟੇ ਸਨ, ਅਵਸਥਾ ਬਚਪਨ ਵਾਲੀ ਸੀ। ਸ਼ਾਮ ਤੱਕ ਢਿੱਕਿਆ। ਪਿਤਾ ਜੀ ਨੂੰ ਪੂਰੀ ਉਮੀਦ ਆ ਕਿ ਅੱਜ ਨਾਨਕ ਨੇ ਸੌਦਾ ਪਾਉਣਾ, ਹੱਟੀ ਨਵੀਂ ਖੋਲਣੀ ਪੈਣੀ ਆ ਕਿਉਂਕਿ ਸੌਦਾ ਲੈ ਆਉਣਾ। ਬੜਾ ਚਾਅ ਸੀ। ਸੂਰਜ ਡੁੱਬ ਗਿਆ ਪਰ ਆਏ ਨਹੀਂ। ਰਾਤ ਪੈ ਗਈ, ਆਏ ਹੀ ਨਹੀਂ।
ਬਾਹਰ ਹੀ ਬੈਠੇ ਆ। ਭਾਈ ਬਾਲਾ ਜੀ ਦੇ ਘਰੇ ਗਏ, ਪੁੱਛਿਆ ਨਾਨਕ ਕਿੱਥੇ ਆ ਤੇ 20 ਰੁਪਈਏ ਕਿੱਥੇ, ਸੌਦਾ ਕਿੱਥੇ ਆ। ਪਹਿਲਾਂ ਤਾਂ ਉਹਨਾਂ ਕੁਝ ਦੱਸਿਆ ਨਹੀਂ, ਜਦੋਂ ਥੋੜਾ ਡਰਾ ਕੇ ਪੁੱਛਿਆ ਤੇ ਦੱਸ ਦਿੱਤਾ ਸੱਚ। ਕਹਿੰਦੇ ਇਹ ਗੱਲ ਆ, ਉਹ ਬਾਹਰ ਬੈਠੇ ਆ ਤੇ 20 ਰੁਪਈਏ ਤੁਹਾਡੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਕਹਿਣ ਲੱਗੇ ਇਹ ਕੀ ਕਰ ਦਿੱਤਾ, ਜੋ ਸੋਚਿਆ ਸੀ ਉਦੋਂ ਉਲਟ ਹੋ ਗਿਆ ਤੇ ਬੜਾ ਕ੍ਰੋਧ ਆਇਆ। ਦੌੜੇ ਗਏ, ਪਿੱਛੇ ਹੀ ਬੇਬੇ ਨਾਨਕੀ ਜੀ ਗਏ ਨੇ ਤੇ ਇੱਕ ਉਹਨਾਂ ਦੇ ਜਾ ਕੇ ਲੱਭ ਕੇ ਜਿਹੜੇ ਦਰਖਤ ਥੱਲੇ ਬੈਠੇ ਇੱਕ ਚਪੇੜ ਮਾਰੀ ਸੀ ਮੂੰਹ ਤੇ, ਵੀ ਇਹ ਤੂੰ ਕੀ ਕੀਤਾ, ਤੈਨੂੰ ਭੇਜਿਆ ਸੀ 20 ਰੁਪਈਏ ਦੇ ਕੇ ਪਰ ਤੂੰ ਉਹਦਾ ਗਲਤ ਇਸਤੇਮਾਲ ਕੀਤਾ, ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਆ, 20 ਰੁਪਈਏ ਲੁਟਾ ਆਇਆ। ਪਿਤਾ ਕਲਿਆਣ ਚੰਦ ਨੂੰ ਤਾਂ ਲੱਗਦਾ ਵੀ ਲੁਟਾ ਏ, ਪਰ ਉਹ ਅਸਲ ਨਹੀਂ ਜਾਣਦੇ ਲੁਟਾ ਕੇ ਨਹੀਂ ਆਏ, ਇਹ 20 ਰੁਪਈਆਂ ਨਹੀਂ ਅੱਗੇ ਬਰਕਤ ਪਾਉਣੀ ਆ। ਸਾਰੇ ਸੰਸਾਰ ਦੇ ਵਿੱਚ ਵੱਖ-ਵੱਖ 7 ਸਮੁੰਦਰਾਂ ਤੋਂ ਪਾਰ ਵੀ ਇਹ 20 ਰੁਪਈਏ ਇਹਨਾਂ ਦੀ ਕਲਾ ਵਰਤਣੀ ਆ। ਦੂਜਾ ਜਦੋਂ ਮਾਰਨ ਲੱਗੇ ਥੱਪੜ ਤੇ ਬੇਬੇ ਨਾਨਕੀ ਜੀ ਅੱਗੇ ਹੋ ਗਏ। ਉਹਨਾਂ ਆਖਿਆ ਸੀ ਤੂੰ ਇਹਦੀ ਸਾਈਡ ਲੈਣੀ ਆ, ਪੱਖ ਕਰਦੀ ਆ, ਭਾਵ ਕੀ। ਕਹਿਣ ਲੱਗੀ ਪਿਤਾ ਜੀ ਘਰ ਦੇ ਵਿੱਚੋਂ ਕੋਈ ਵੀਰ ਦਾ ਪੱਖ ਨਹੀਂ ਲੈਂਦਾ ਤੇ ਮੈਨੂੰ ਲੈਣਾ ਪੈਣਾ, ਮੈਂ ਵੱਡੀ ਹਾਂ। ਫਿਰ ਬਾਅਦ ਵਿੱਚ ਰਾਏ ਬਲਾਰ ਨੂੰ ਪਤਾ ਲੱਗਾ ਵੀ ਇੱਦਾਂ ਹੋ ਗਈ ਤਾਂ ਉਹ ਵੀ ਦੌੜੇ ਆਏ। ਆਖਿਆ ਕਲਿਆਣ ਚੰਦ ਜੀ, ਪਟਵਾਰੀ ਸਾਹਿਬ ਜੀ 20 ਰੁਪਈਏ ਹੀ ਸੀ, ਗੁਰੂ ਨਾਨਕ ਨੂੰ ਕਿਉਂ ਮਾਰਿਆ? ਉਹ ਮੈਂ ਦਿੰਦਾ ਹਾਂ ਖੀਸੇ ਚੋਂ ਕੱਢ ਕੇ। ਕਹਿੰਦੇ ਲਓ 20 ਰੁਪਈਏ ਲਓ, ਪਰ ਬਾਅਦ ਚ ਆਖਿਆ ਜਾਂਦਾ ਵੀ ਕਹਿਣ ਲੱਗੇ ਪਿਤਾ ਜੀ ਸਾਹਿਬ ਜੀ ਦੇ, ਗੁਰੂ ਸਾਹਿਬ ਦੇ, ਕਹਿੰਦੇ ਏਡਾ ਵੱਡਾ ਵੀ ਚਲੋ ਕੋਈ ਘਾਟਾ ਨਹੀਂ ਪਿਆ ਮੈਨੂੰ, ਚਲ ਕੋਈ ਗੱਲ ਨਹੀਂ, ਪਹਿਲੀ ਗਲਤੀ ਮਾਫ ਹੀ ਸਮਝਦੇ ਹਾਂ ਤਾਂ ਮਾਫ ਕਰਤਾ ਸੀ। ਅਸਲੀ ਚੀਜ਼ ਨੂੰ ਪਰ ਜਾਣ ਨਹੀਂ ਸਕੇ। ਦਰਅਸਲ ਮੈਂ ਗੱਲ ਇਹ ਕਹਿਣੀ ਚਾਹੁੰਦਾ ਹਾਂ, ਜਿਹੜੇ ਪੈਸੇ ਦੀ ਖਾਤਰ ਅੱਜ ਕਤਲ ਹੋ ਰਹੇ ਨੇ, ਪੁੱਤਰ ਕੁਪੁੱਤਰ ਹੋ ਰਹੇ ਆ, ਭਰਾ ਨਹੀਂ ਰਿਹਾ, ਉਹ ਰਿਸ਼ਤੇ ਨਾਤੇ ਉਹ ਨਹੀਂ ਰਹੇ, ਉਹਦਾ ਇਸਤੇਮਾਲ ਕਿਵੇਂ ਕਰਨਾ ਗੁਰੂ ਨੇ ਬਚਪਨ 'ਚ ਸਾਨੂੰ ਦੱਸਤਾ ਸੀ। ਆਪਦੀ ਅਵਸਥਾ 'ਚ, ਬਚਪਨ ਵਾਲੀ ਅਵਸਥਾ 'ਚ ਦੱਸਿਆ ਸੀ ਵੀ ਇਹਨੂੰ ਇਵੇਂ ਵਰਤਿਆ ਜਾਵੇ ਤਾਂ ਇਹ ਸਹੀ ਹੋਵੇਗਾ। ਮੇਰੀ ਜੇਬ 'ਚ 20 ਰੁਪਈਏ ਆ, ਮੇਰੇ ਸਾਹਮਣੇ ਕੋਈ ਭੁੱਖਾ ਮਰ ਰਿਹਾ, ਮੈਂ ਸ਼ਾਹੂਕਾਰ ਕਾਹਦਾ। 20 ਰੁਪਈਏ ਉਦੋਂ ਬਹੁਤ ਹੁੰਦੇ ਸਨ। ਜੇ ਹੁਣ ਸਾਡੀ ਜੇਬ ਦੇ ਵਿੱਚ ਲੱਖਾਂ ਰੁਪਈਏ ਆ ਖਾਤੇ 'ਚ, ਸਾਡੇ ਸਾਹਮਣੇ ਕੋਈ ਭੁੱਖਾ ਮਰ ਰਿਹਾ, ਵਿੱਦਿਆ ਵੱਲੋਂ ਬੱਚੇ ਜਿਹੜੇ ਨੇ ਉਹਨਾਂ ਕੋਲ ਪੈਸੇ ਨਹੀਂ, ਪੜ੍ਹਾਈ ਤੋਂ ਹੀਣੇ ਆ, ਸਾਡੇ ਪਏ ਹੋਏ ਪੈਸਿਆਂ ਦਾ ਕੋਈ ਜ਼ਿਆਦਾ ਲਾਭ ਨਹੀਂ ਹੈਗਾ। ਮਾਇਆ ਇੱਕ ਲੋੜ ਆ, ਆਉਣ ਵਾਲੇ ਸਮੇਂ ਵਿੱਚ ਇਹਦੀ ਬਹੁਤ ਜ਼ਰੂਰਤ ਪੈਂਦੀ ਆ ਬੰਦੇ ਨੂੰ ਆਪਦੇ ਭਵਿੱਖ ਨੂੰ ਸਵਾਰਨ ਲਈ, ਪਰ ਇਹਨੂੰ ਸਿਰ ਤੇ ਨਹੀਂ ਬਿਠਾਈਦਾ। ਇਹ ਕਿਹਾ ਸੀ ਮਹਾਰਾਜ ਨੇ। ਮਾਇਆ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਅੰਗ ਆ, ਇਹਦੇ ਬਿਨਾਂ ਰੋਟੀ ਕੱਪੜਾ ਮਕਾਨ ਨਹੀਂ ਬੰਦੇ ਦਾ ਚੱਲਦਾ, ਪਰ ਇਹ ਸਿਰ ਤੇ ਇਹਨੂੰ ਬਿਠਾਉਣ ਦੀ ਲੋੜ ਨਹੀਂ। ਇਹਨੂੰ ਪੈਸੇ ਨੂੰ ਜੇਬ 'ਚ ਹੀ ਰੱਖਣਾ ਚਾਹੀਦਾ, ਇਹਨੂੰ ਖਾਤਿਆਂ 'ਚ ਹੀ ਰੱਖਣਾ ਚਾਹੀਦਾ, ਦਿਮਾਗ 'ਚ ਨਹੀਂ ਲਿਆਉਣਾ ਚਾਹੀਦਾ। ਨਹੀਂ ਫਿਰ ਬੰਦਾ ਮਨਮੁਖ ਭੁੱਲੇ ਸਭ ਮਰੇ ਗਵਾਰ, ਭਵਜਲ ਡੂਬੇ ਨਾ ਉਰਵਾਰ ਨ ਪਾਰ, ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਅਹਨਿਸ ਬੈਰਾਗ। ਮਨ 'ਚ ਕਿਹੜੀ ਚੀਜ਼ ਨੂੰ ਵਸਾਉਣਾ? ਚੌਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ। ਜੇ ਦਿਲ 'ਚ ਵਸਾਉਣਾ ਤਾਂ ਬਾਣੀ ਨੂੰ ਵਸਾਓ, ਜਿਹੜੀ 4 ਯੁੱਗਾਂ ਦੇ ਵਿੱਚ ਸੱਚੀ ਆਖੀ ਗਈ ਆ। ਪੂਰੇ ਭਾਗ ਹਰ ਨਾਮ ਸਮਾਣੀ, ਨਾਮ ਨੂੰ ਵਸਾਓ। ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਜਿਹਦੇ ਕਰਕੇ ਬਹੁਤ ਹੀ ਮੁਨੀ, ਵੱਡੇ ਰਾਜੇ, ਭਗਤ ਤਰਗੇ ਨੇ। ਐਸੀ ਬਾਣੀ ਨੂੰ ਦਿਲ 'ਚ ਜਗ੍ਹਾ ਦਿਓ। ਪੈਸੇ ਨੂੰ ਰੱਖੋ, ਜਮ੍ਹਾਂ ਕਰੋ, ਜੋੜੋ, ਪਰ ਉਹਨੂੰ ਦਿਲ 'ਚ ਨਾ ਵਸਾਓ। ਸਭ ਕਿਛ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਚ ਲਾਏ। ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ, ਪੈਸੇ ਦਾ ਸਹੀ ਇਸਤੇਮਾਲ ਸਾਨੂੰ ਸਿਖਾਇਆ। ਕਿਰਤ ਦੇ ਨਾਲ ਧਰਮ ਜੁੜੇ, ਧਰਮ ਦੇ ਨਾਲ ਕਿਰਤ ਜੁੜੇ। ਬੰਦਾ ਹੱਥੋਂ ਦੇ ਕੇ ਭਲਾ ਮਨਾਵੇ, ਕਿਰਤ ਬਿਰਤ ਕਰ ਧਰਮ ਦੀ, ਇਹ ਵਾਲੇ ਸਿਧਾਂਤ ਦਿੱਤੇ।
ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਗੁਰੂ ਮਹਾਰਾਜ ਦੀ ਉਸਤਤ ਦੇ ਵਿੱਚ, ਕਹਿਣ ਲੱਗਾ ਹੈ ਕਿ ਬੇਰੀ ਹੇਠ ਬੈਠੇ ਗੁਰੂ ਬੇਰੀ ਵੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋ ਜਾਮਦਾ, ਅੱਕਾਂ ਦੀਆਂ ਖੱਖੜੀਆਂ ਨੂੰ ਵੇਖ ਕੇ ਨਿਹਾਲ ਕੀਤਾ, ਅੰਬ ਤੇ ਅਨਾਰ ਮਰਦਾਨਾ ਤੋੜ ਤੋੜ ਖਾਮਦਾ, ਕਿੱਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਿਗੁਰਾਂ, ਨਿੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ, ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟ ਤਾਰੇ, ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟ ਤਾਰੇ, ਤੂੰ ਵੀ ਤਰ ਜਾਵੇਂ ਮਣਾ ਸ਼ਰਨ ਕਿਉਂ ਨਹੀਂ ਆਉਂਦਾ। ਜਿਹਨੇ ਇੱਕ ਇੱਕ ਚੀਜ਼ ਤਾਰਤੀ, ਪੱਤਾ ਪੱਤਾ ਤਾਰਤਾ, ਤੇ ਉਹਦੀ ਸ਼ਰਨ ਵਿੱਚ ਆਇਆ ਤੂੰ ਕਿਉਂ ਨਾ ਤਰੇਂਗਾ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ, ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਇਸ ਕਰਕੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਆ, ਉਹ ਪੈਸੇ ਦੀ ਖਾਤਰ ਭਰਾਵਾਂ ਨਾਲ ਨਹੀਂ ਲੜਦੇ। ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਆ, ਉਹ ਪੈਸੇ ਨੂੰ ਵਰਤਦੇ ਨੇ, ਆਪਦੇ ਭਰਾਵਾਂ ਨੂੰ ਪਿਆਰ ਕਰਦੇ ਨੇ। ਜਿਨ੍ਹਾਂ ਤੇ ਕਿਰਪਾ ਨਹੀਂ ਹੁੰਦੀ, ਉਹ ਆਪਦੇ ਭਰਾਵਾਂ ਨੂੰ ਵਰਤਦੇ ਨੇ ਤੇ ਪੈਸੇ ਨੂੰ ਪਿਆਰ ਕਰਦੇ ਨੇ। ਦੇਖੋ, ਕਹਿੰਦੇ ਨੇ ਜਿਵੇਂ ਉਲਟੀ ਰੀਤ ਹੋ ਗਈ ਆ ਸੰਸਾਰ ਦੀ, ਬਹੁਤੇ ਲੋਕਾਂ ਦੇ ਦਿਮਾਗ 'ਚ ਪੈਸਾ ਹੀ ਰੱਬ ਬਣ ਗਿਆ, ਉਹ ਪੈਸੇ ਨੂੰ ਹੀ ਅਹਿਮੀਅਤ ਦਿੰਦੇ ਨੇ। ਮਹਾਰਾਜ ਨੇ ਪੈਸੇ ਨੂੰ ਮਾੜਾ ਨਹੀਂ ਆਖਿਆ ਕਦੇ ਵੀ, ਇਹ ਲਿਖਿਆ ਨਹੀਂ ਜੇ ਉਹ ਮਾੜਾ ਹੁੰਦਾ ਤਾਂ ਕਦੇ ਨਾ ਕਹਿੰਦੇ ਕਿਰਤ ਕਰੋ, ਮਾੜਾ ਨਹੀਂ। ਉਹ ਕਹਿ ਰਹੇ ਨੇ ਵੀ ਇਹਨੂੰ ਦਿਮਾਗ 'ਚ ਨਾ ਵਸਾ ਲਿਓ, ਦਿਲ 'ਚ ਨਾ ਵਸਾ ਲਿਓ। ਜਿਸ ਦਿਨ ਇਹ ਦਿਲ 'ਚ ਵਸ ਗਿਆ, ਗੁਰੂ ਨਹੀਂ ਫਿਰ ਉੱਥੇ ਵਸਣਾ, ਕਿਉਂਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਗਲਾਸ 'ਚ ਦੁੱਧ ਭਰਿਆ ਹੋਇਆ ਤੇ ਆਪਾਂ ਉਹਦੇ ਵਿੱਚ ਸ਼ਰਬਤ ਪਾਉਣਾ ਤਾਂ ਦੁੱਧ ਕੱਢਣਾ ਪਵੇਗਾ। ਦੁੱਧ ਕੱਢਾਂਗੇ ਸਾਰਾ ਤੇ ਫਿਰ ਉਹ 'ਚ ਸ਼ਰਬਤ ਜਾ ਕੇ ਸਮਾਵੇਗਾ। ਇਸ ਕਰਕੇ ਜਿਹੜੀ ਚੀਜ਼ ਪਹਿਲਾਂ ਪਈ ਹੋਈ ਆ ਉਹਨੂੰ ਕੱਢਣੀ ਪਵੇਗੀ, ਦੂਜੀ ਫਿਰ ਵਸਦੀ ਹੈ। ਜੇ ਪੈਸਾ ਹੀ ਵਸਿਆ ਹੋਇਆ ਦਿਲ 'ਚ ਤਾਂ ਗੁਰੂ ਨਹੀਂ ਵਸਣਾ। ਪੈਸਾ ਜੇਬ 'ਚ ਹੋਵੇ, ਖੀਸੇ 'ਚ ਹੋਵੇ, ਖਾਤਿਆਂ 'ਚ ਹੋਵੇ, ਦਿਲ 'ਚ ਗੁਰੂ ਦਾ ਪਿਆਰ ਹੋਵੇ, ਰਿਸ਼ਤਿਆਂ ਦੀ ਕਦਰ ਹੋਵੇ, ਫਿਰ ਜ਼ਿੰਦਗੀ ਸੋਹਣੀ ਬਣਦੀ ਹੈ। ਤੇ USA ਦੀ ਇੱਕ ਘਟਨਾ ਹੈ ਬੜੀ ਪਿਆਰੀ, ਤੁਹਾਡੇ ਨਾਲ ਸਾਂਝੀ ਕਰਾਂ। ਬਹੁਤ ਸੁੰਦਰ ਘਟਨਾ ਹੈ। ਇਵੇਂ ਵੀ ਕਈ ਦਫਾ ਹੋ ਜਾਂਦਾ। ਲੋਕਾਂ ਦੇ ਕਿੱਡੇ ਕਿੱਡੇ ਦਿਲ ਨੇ, ਤੁਹਾਨੂੰ ਪਤਾ ਲੱਗੇਗਾ। ਇੱਕ ਬਜ਼ੁਰਗ ਜੋੜਾ ਸੀ ਤੇ ਉਹਨਾਂ ਦਾ ਪੁੱਤਰ ਨਾ ਪੜ੍ਹਦਾ ਪੜ੍ਹਦਾ ਚੜ੍ਹਾਈ ਕਰ ਗਿਆ। ਅਮਰੀਕਾ ਦੇ ਵਿੱਚ ਇੱਕ ਯੂਨੀਵਰਸਿਟੀ ਆ, ਬੜਾ ਉਹਦਾ ਨਾਮ ਆ, ਹਾਰਵਰਡ ਯੂਨੀਵਰਸਿਟੀ ਉਹਨੂੰ ਕਹਿੰਦੇ ਨੇ। ਉੱਥੇ ਉਹਨਾਂ ਦਾ ਪੁੱਤਰ 2 ਸਾਲਾ ਕੋਰਸ ਲਈ ਭਰਤੀ ਹੋਇਆ, ਦਾਖਲਾ ਲਿਆ ਤੇ 1 ਸਾਲ ਦੀ ਪੜ੍ਹਾਈ ਕਰਦਾ 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 ਚੜ੍ਹਾਈ ਕਰ ਗਿਆ, ਨੌਜਵਾਨ ਅਵਸਥਾ ਵਿੱਚ ਚਲਿਆ ਗਿਆ। ਇਹ ਬੜੇ ਅਮੀਰ ਸਨ, ਜਿਹੜਾ ਮਾਂ ਪਿਓ ਸਨ ਬਹੁਤ ਅਮੀਰ ਸੀ, ਇਕਲੌਤਾ ਪੁੱਤਰ ਸੀ ਇਹਨਾਂ ਦਾ। ਇਹ ਆਏ ਯੂਨੀਵਰਸਿਟੀ ਦੇ ਵਿੱਚ, ਵਾਈਸ ਚਾਂਸਲਰ ਨੂੰ ਮਿਲਣਾ ਚਾਹੁੰਦੇ ਸੀ। ਕਹਿੰਦੇ ਅਸੀਂ ਪ੍ਰਬੰਧਕ ਨੂੰ ਮਿਲਣਾ ਚਾਹੁੰਦੇ ਹਾਂ, ਜਿਹੜੇ ਮੇਨ ਨੇ। ਉਹ ਕਹਿੰਦੇ ਮਿਲਾ ਦਿੰਦੇ ਆ, ਪਰ ਉਹ ਬਿਜ਼ੀ ਨੇ ਅਜੇ। ਕਹਿੰਦੇ ਅਸੀਂ ਉਡੀਕ ਲਾਂਗੇ। ਇਹਨਾਂ ਉਡੀਕਿਆ ਤੇ ਮਿਲੇ ਤੇ ਕਹਿਣ ਲੱਗੇ ਸਾਡਾ ਪੁੱਤਰ ਇੱਥੇ ਪੜ੍ਹਦਾ ਸੀ, 1 ਸਾਲ ਹੀ ਪੜ੍ਹਿਆ, 2 ਸਾਲਾਂ ਦੀ ਪੜ੍ਹਾਈ ਸੀ, ਕਿਸੇ ਕਾਰਨ ਕਰਕੇ ਮੌਤ ਹੋ ਗਈ ਉਹਦੀ। ਉਹਦੀ ਯਾਦ 'ਚ ਇੱਥੇ ਕੁਝ ਬਣਾਉਣਾ ਚਾਹੁੰਦੇ ਆ। ਤੇ ਉਹ ਜਿਹੜਾ ਪ੍ਰਬੰਧਕ ਸੀ ਕਹਿਣ ਲੱਗਾ $75 ਲੱਖ ਲਾ ਕੇ ਯੂਨੀਵਰਸਿਟੀ ਬਣੀ ਆ ਇਹ। ਉਹਨਾਂ ਦੇ ਮਾਂ ਪਿਓ ਨੂੰ ਆਖਿਆ ਜੇ ਇੱਥੇ ਅਸੀਂ ਐਵੇਂ ਯਾਦਾਂ ਬਣਾਉਣ ਲੱਗ ਗਏ ਬੱਚਿਆਂ ਦੀਆਂ ਤਾਂ ਇੱਥੇ ਤਾਂ ਥਾਂ ਹੀ ਨਹੀਂ ਰਹਿਣੀ। ਜੇ ਐਵੇਂ ਬੁੱਤ ਲਾਉਣ ਲੱਗ ਗਏ ਇੱਥੇ ਜਗ੍ਹਾ ਹੀ ਨਹੀਂ ਬਚਣੀ। ਤਾਂ ਇਹ ਕਹਿ ਕੇ ਨਾ ਆਪਦੇ ਕਾਗਜ਼ ਪੱਤਰ ਫਰੋਲਣ ਲੱਗ ਗਿਆ, ਜਿਹਦਾ ਮਤਲਬ ਸੀ ਕਿ ਹੁਣ ਤੁਸੀਂ ਚਲੇ ਜਾਓ, ਵੀ ਤੁਹਾਡੇ ਪੁੱਤਰ ਦੀ ਯਾਦ 'ਚ ਇੱਥੇ ਕੁਝ ਬਣਨਾ ਨਹੀਂ, ਇਹ ਯੂਨੀਵਰਸਿਟੀ ਆ, ਕੁਝ ਨਹੀਂ ਬਣਨਾ। ਉਹ ਹੰਝੂ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ। ਚਲੋ ਬੰਦੇ ਦੀਆਂ ਆਸਾਂ ਹੁੰਦੀਆਂ ਨੇ। ਬਾਹਰ ਆ ਗਏ। ਬਾਹਰ ਆ ਕੇ ਜਿਹੜੀ ਬੱਚੇ ਦੀ ਉਹਦੀ ਮਾਂ ਸੀ ਪੁੱਤਰ ਦੀ, ਉਹ ਕਹਿਣ ਲੱਗੀ ਆਪਦੇ ਪਤੀ ਨੂੰ, ਕਹਿੰਦੀ ਜੇ $75 ਲੱਖ ਦੇ ਡਾਲਰ ਲਾ ਕੇ ਯੂਨੀਵਰਸਿਟੀ ਬਣ ਜਾਂਦੀ ਹੈ ਤੇ ਆਪਾਂ ਯੂਨੀਵਰਸਿਟੀ ਬਣਾ ਦਿੰਦੇ ਹਾਂ ਆਪਦੇ ਪੁੱਤਰ ਦੀ ਯਾਦ ਵਿੱਚ, ਤੇ ਕਿਉਂ ਨਾ ਆਪਾਂ ਯੂਨੀਵਰਸਿਟੀ ਬਣਾ ਦਈਏ।
ਉਹ 'ਚ ਬਹੁਤ ਬੱਚੇ ਪੜ੍ਹਨਗੇ, ਅਸੀਸਾਂ ਦੇਣਗੇ, ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਤੀਜਾ ਨੇਤਰ ਹੁੰਦਾ ਬੰਦੇ ਦਾ, ਜਿਹਦੇ ਨਾਲ ਬੰਦੇ ਨੂੰ ਰਿਸ਼ਤਿਆਂ ਦੀ ਕਦਰ ਆਉਂਦੀ ਆ, ਸਮਝ ਆਉਂਦੀ ਆ, ਸਲੀਕਾ ਆਉਂਦਾ, ਉੱਠਣਾ ਬਹਿਣਾ ਆਉਂਦਾ। ਇਹ ਕਹਿੰਦੇ ਠੀਕ ਆ। ਅਮਰੀਕਾ ਦੀ ਬਹੁਤ ਮਸ਼ਹੂਰ ਯੂਨੀਵਰਸਿਟੀ ਦੂਜੀ ਜਿਹੜੀ ਸੀ ਸਟੈਨਫੋਰਡ, ਉਹ ਬੱਚੇ ਦੇ ਨਾਂ ਤੇ ਬਣੀ। ਫਿਰ ਇਹਨਾਂ ਨੇ ਬਣਾਈ, ਬਹੁਤ ਸੋਹਣੀ। ਉਹ 'ਚ ਬਹੁਤ ਬੱਚੇ ਅੱਜ ਵੀ ਦਾਖਲਾ ਲੈ ਲੈ ਕੇ ਪੜ੍ਹਦੇ ਨੇ। ਪੈਸੇ ਦਾ ਸਹੀ ਇਸਤੇਮਾਲ। ਅਮੀਰ ਬਹੁਤ ਨੇ ਪਰ ਵਿੱਚ ਦੁਨੀਆ ਸੇਬ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਪੈਸੇ ਨੂੰ ਵਰਤਣਾ ਲੋਕਾਂ ਦੀ ਭਲਾਈ ਲਈ, ਇਹ ਕਿਸੇ ਕਿਸੇ ਨੂੰ ਆਉਂਦਾ। ਅਮੀਰ ਤਾਂ ਬਹੁਤ ਹੁੰਦੇ ਨੇ, ਰਾਜੇ ਵੀ ਬਹੁਤ ਹੋਏ ਨੇ, ਪਰ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜਾ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਗੁਰੂ ਦੀ ਵੀ ਕਦਰ ਕਰਦਾ ਸੀ, ਲੋਕਾਂ ਦੀ ਵੀ ਕਦਰ ਕਰਦਾ ਸੀ। ਰਾਜੇ ਤਾਂ ਬਹੁਤ ਹੋ ਗਏ ਪਰ ਉੱਭਰ ਕੇ ਕੋਈ ਬਿਰਲਾ ਆਉਂਦਾ। ਕੌਣ ਆਉਂਦਾ? ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਜਿਹਨੂੰ ਗੁਰੂ ਸੱਚ ਵਾਲੇ ਪਾਸੇ ਲਾਉਂਦਾ, ਜਿਹਨੂੰ ਚਾਨਣ ਕਰਾਉਂਦਾ, ਉਹਨੂੰ ਪਤਾ ਲੱਗਦਾ ਵੀ ਇਹਦੀ ਕਦਰ ਕੀ ਆ। ਪੈਸਾ ਮੈਂ ਕਿੱਥੇ ਲਾਵਾਂ, ਕਿੱਥੇ ਇਨਵੈਸਟ ਕਰਾਂ ਜਿਹਦੇ ਨਾਲ ਲਾਭ ਹੋਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ। ਅੱਜ ਵੀ ਉਹ ਸਟੈਨਫੋਰਡ ਜਿਹੜੀ ਯੂਨੀਵਰਸਿਟੀ, ਉਹ 'ਚ ਬੱਚੇ ਪੜ੍ਹਦੇ ਨੇ ਤੇ ਕਿੱਡਾ ਵੱਡਾ ਉਹਨਾਂ ਦਾ ਪਰਉਪਕਾਰ ਹੋਵੇਗਾ। ਗੱਲ ਇਹ ਨਹੀਂ ਹੁੰਦੀ ਕਿ ਤੁਹਾਡੇ ਕੋਲ ਕਿੰਨੇ ਪੈਸੇ ਆ, ਗੱਲ ਇਹ ਆ ਵੀ ਤੁਸੀਂ ਉਹਨੂੰ ਵਰਤਦੇ ਕਿਵੇਂ ਹੋ। ਗੁਰੂ ਨਾਨਕ ਸਾਹਿਬ ਜੀ ਦੀ ਜੇਬ 'ਚ 20 ਰੁਪਈਏ ਸਨ, ਵਪਾਰ ਕਰਨ ਗਏ ਸੀ, ਭੁੱਖਿਆਂ ਨੂੰ ਭੋਜਨ ਛਕਾਇਆ। ਕਹਿੰਦੇ ਸੀ ਉਹ ਸ਼ਾਹੂਕਾਰ ਕਾਹਦਾ ਜਿਹਦਾ ਗੁਆਂਢੀ ਭੁੱਖਾ ਸੌਂਦਾ, ਉਹ ਅਮੀਰ ਕਾਹਦਾ ਜਿਹਦੀ ਜੇਬ 'ਚ ਪੈਸੇ ਆ ਪਰ ਉਹਦੇ ਸਾਹਮਣੇ ਕੋਈ ਜੋੜਿਆਂ ਤੋਂ ਬਿਨਾਂ ਹੀ ਫਿਰਦਾ। ਉਹ ਅਮੀਰ ਨਹੀਂ ਹੋ ਸਕਦਾ। ਉਹਨੂੰ ਪੈਸੇ ਨਾਲ ਪਿਆਰ ਆ, ਉਹਨੂੰ ਲੋਕਾਂ ਨਾਲ, ਸਮਾਜ ਦੇ ਨਾਲ ਪਿਆਰ ਨਹੀਂ। ਸੋ ਐਸੀਆਂ ਜੀਵਨ ਦੇ ਵਿੱਚ ਸਾਨੂੰ ਮਹਾਨ ਲੋਕਾਂ ਦੀਆਂ ਘਟਨਾਵਾਂ ਮਿਲਦੀਆਂ ਨੇ, ਸੁਣਨ ਨੂੰ, ਪੜ੍ਹਨ ਨੂੰ ਪਤਾ ਲੱਗਦਾ ਵੀ ਕਿੱਡੇ ਕਿੱਡੇ ਮਹਾਨ ਲੋਕ ਹੋਏ ਨੇ। ਸੋ ਇੱਥੇ ਮਹਾਰਾਜ ਕਹਿੰਦੇ ਹਨ ਕਿ ਇੱਕੋ ਯਾਰੀ ਸੱਚੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖੁਆਰੀਆਂ ਨੇ। ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ। ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ, ਉਹੀ ਤੂੰ ਲੈਣਾ ਉਹੀ ਮੈਂ ਲੈਣਾ। ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ, ਤੂੰ ਵੀ ਢਹਿ ਪੈਣਾ ਮੈਂ ਵੀ ਢਹਿ ਪੈਣਾ। ਸੱਦਾ ਆਇਆ ਤੇ ਬੁੱਕਲਾਂ ਮਾਰ ਟੁਰਨਾ, ਨਾ ਕੁਝ ਤੂੰ ਲੈਣਾ ਨਾ ਮੈਂ ਲੈਣਾ। ਜੋ ਗੁਜ਼ਰੇਗੀ ਸੋ ਜਾਣ ਆਪਣੀ, ਤੇ ਉਹੀ ਤੂੰ ਸਹਿਣਾ ਉਹੀ ਮੈਂ ਸਹਿਣਾ। ਇਸ ਕਰਕੇ ਲੋਕਾਂ ਦੇ ਨਾਲ, ਰਿਸ਼ਤਿਆਂ ਦੇ ਵਿੱਚ ਉਹਨਾਂ ਦੀ ਕਦਰ ਕਰੋ, ਉਹਨਾਂ ਨਾਲ ਪਿਆਰ ਕਰੋ। ਪੈਸੇ ਨੂੰ ਵਰਤੋ, ਲੋਕਾਂ ਨੂੰ ਨਾ ਵਰਤੋ, ਭਰਾਵਾਂ ਨੂੰ ਨਾ ਵਰਤੋ, ਚੀਜ਼ਾਂ ਨੂੰ ਵਰਤੋ। ਵਰਤਣ ਲਈ ਨੇ ਭਰਾ ਭੈਣ ਦੋਸਤ ਮਿੱਤਰ ਸੱਜਣ, ਪਿਆਰ ਕਰਨ ਵਾਸਤੇ ਨੇ। ਉਹਨਾਂ ਨੂੰ ਪਿਆਰ ਕਰੋ, ਉਹਨਾਂ ਨੂੰ ਵਰਤੋ ਨਾ। ਵਰਤਣ ਵਾਸਤੇ ਚੀਜ਼ਾਂ ਨੇ, ਪੈਸਾ, ਇਹਨੂੰ ਵਰਤੋ। ਲੋਕਾਂ ਨੂੰ, ਭਰਾਵਾਂ ਨੂੰ ਨਾ ਵਰਤੋ। ਇਹ ਮਹਾਰਾਜ ਨੇ ਸਾਨੂੰ ਉਦੋਂ ਬਚਪਨ 'ਚ ਹੀ ਸਿਖਾਤਾ ਸੀ ਕਿ ਪੈਸੇ ਨੂੰ ਕਿਵੇਂ ਵਰਤਣਾ, ਰਿਸ਼ਤਿਆਂ ਦੀ ਕਦਰ ਕਿਵੇਂ ਕਰਨੀ ਹੈ। ਇੱਕ ਪਾਸੇ ਉਹਨਾਂ ਦੇ ਹਿੰਦੂ ਵੀਰ ਨੇ, ਇੱਕ ਪਾਸੇ ਉਹਨਾਂ ਦੇ ਮੁਸਲਮਾਨ ਵੀਰ ਨੇ। ਮੇਰੇ ਗੁਰੂ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ। ਮੇਰੇ ਗੁਰੂ ਦੇ ਦੋ ਸਾਥੀ, ਇੱਕ ਭਾਈ ਬਾਲਾ ਜੀ ਇੱਕ ਭਾਈ ਮਰਦਾਨਾ ਜੀ, ਇੱਕ ਮੁਸਲਮਾਨ ਨੇ ਇੱਕ ਹਿੰਦੂ ਨੇ। ਐਵੇਂ ਪਿਆਰ ਕਰੀਦਾ, ਕੋਈ ਫਰਕ ਨਹੀਂ ਉਹਨਾਂ ਰੱਖਿਆ। ਸੋ ਪਿਆਰ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਪਿਆਰ ਹੈ। ਇੰਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋ। ਗੁਰੂ ਮਹਾਰਾਜ ਦੀ ਸ਼ਾਨ ਬਹੁਤ ਉੱਚੀ ਅਤੇ ਸੁੱਚੀ ਹੈ ਜੀ। ਬੋਲਦੇ ਆ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ, ਆਪਦਾ ਪਿਆਰ ਸਾਡੇ ਦਿਲਾਂ 'ਚ ਬਖਸ਼ਣ। ਆਓ ਹੁਣ ਆਪਾਂ ਉਸ ਮਾਲਕ ਨੂੰ ਚੇਤੇ ਕਰੀਏ, ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਦਿਮਾਗ ਦੇ ਵਿੱਚ ਪੈਸਾ ਨਾ ਹੋਵੇ, ਤੁਹਾਡਾ ਪਿਆਰ ਹੋਵੇ। ਪੈਸਾ ਹੋਵੇ ਪਰ ਉਹ ਖਾਤਿਆਂ 'ਚ ਹੋਵੇ, ਖੀਸਿਆਂ 'ਚ ਹੋਵੇ, ਜੇਬਾਂ 'ਚ ਹੋਵੇ, ਪਰ ਪਿਆਰ ਤੇਰਾ ਦਿਲ 'ਚ ਹੋਵੇ ਸਾਡੇ। ਆਓ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ। ਐਸੇ ਮਾਲਕ ਨੂੰ ਯਾਦ ਕਰਕੇ ਆਪਦੀ ਜ਼ਿੰਦਗੀ ਦੇ ਵਿੱਚ ਰੰਗ ਭਰਨ ਦਾ ਯਤਨ ਕਰੀਏ ਜੀ। ਵਾਹਿਗੁਰੂ।
ਗੁਰੂ ਵਾਹਿਗੁਰੂ ਵਾਹਿਗੁਰੂ ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ